ਸਤਿ ਸ਼੍ਰੀ ਅਕਾਲ ਦੋਸਤੋ, ਫੇਸਬੁੱਕ YouTube ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾ ਸੁਨੇਹਾ ਡਾਇਰੈਕਟ ਮੀਟ ਦਾ ਦੇਣ ਜਾ ਰਹੇ ਹਾਂ ਜੀ, ਜਿਹੜਾ ਕਿ ਮੋਹਾਲੀ ਵਿਖੇ ਹੋਣ ਜਾ ਰਹੀ ਆ 13 ਤਰੀਕ ਜਾਣੀ ਕਿ ਪਰਸੋਂ ਦਿਨ ਸ਼ੁੱਕਰਵਾਰ ਬਣਦਾ ਜੀ। ਮੋਹਾਲੀ ਆਫਿਸ ਦਾ ਐਡਰੈਸ ਆਪਣਾ 3B2 ਮੋਹਾਲੀ ਮੇਨ ਮਾਰਕੀਟ ਆ ਜਿਹੜੀ ਮੋਹਾਲੀ ਦੀ ਯੈਸ ਬੈਂਕ ਦੇ ਉੱਪਰ 3B2 ਦੀ ਜਿਹੜੀ ਮੇਨ ਮਾਰਕੀਟ ਆ ਕਟਾਣੀ ਸਵੀਟਸ ਦੇ ਬਿਲਕੁਲ ਨਾਲ। ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਉੱਥੇ ਬੈਠੂੰਗਾ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ। ਓਪਨ ਵਰਕ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਜਿਹੜੇ ਕੈਂਡੀਡੇਟ ਆਪਦੇ ਕੋਰਸਿਸ ਕਾਲਜਿਸ ਜਾਂ ਪ੍ਰੋਵਿੰਸ ਨੂੰ ਲੈ ਕੇ ਦੁਵਿਧਾ ਵਿੱਚ ਨੇ, ਸਮਝ ਨਹੀਂ ਆ ਰਹੀ ਕਿੱਥੋਂ ਦਾ ਅਪਲਾਈ ਕਰੀਏ, ਕਿਸ ਤਰੀਕੇ ਨਾਲ ਅਪਲਾਈ ਕਰੀਏ ਜਾਂ ਕਿਹੋ ਜਿਹਾ ਕੋਰਸ ਚੱਕੀਏ ਤਾਂ ਜੋ ਐਂਡ ਤੱਕ ਮਤਲਬ ਕਿ ਪਰਮਾਨੈਂਟ ਰੈਜ਼ੀਡੈਂਸੀ ਤੱਕ ਜਾਂ ਸੈਟਲਡ ਹੋਣ ਤੱਕ ਕੋਈ ਅੜਿੱਕਾ ਨਾ ਆਵੇ। ਸੋ ਸਾਰੇ ਆਪਦੇ ਦਸਤਾਵੇਜ਼, ਜ਼ਰੂਰੀ ਡਾਕੂਮੈਂਟਸ ਲੈ ਕੇ ਮੈਨੂੰ ਮਿਲਿਓ। ਸਵੇਰੇ 10 ਵਜੇ ਬੈਠ ਜਾਣਾ ਜੀ, ਦੁਪਹਿਰ ਦੇ 1 ਵਜੇ ਤੱਕ ਸਿਰਫ ਉੱਥੇ ਬੈਠੂੰਗਾ। ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟ ਜਿਨ੍ਹਾਂ ਦੇ ਸਪਾਊਸ ਦੇ ਡਰੋਪ ਚੱਲ ਰਹੇ ਸੀ ਅਫੀਸ਼ੀਅਲ ਅਨਅਫੀਸ਼ੀਅਲ, ਉਹ ਵੀ ਆ ਕੇ ਮਿਲ ਸਕਦੇ ਨੇ ਕਿਉਂਕਿ ਹੁਣ ਸ਼ਾਇਦ ਉਹ ਸਤੰਬਰ ਦੇ ਵਿੱਚ ਖਤਮ ਹੋ ਗਏ ਨੇ, ਦੁਬਾਰਾ ਪੜ੍ਹਾਈ ਸਟਾਰਟ ਹੋ ਗਈ ਆ। ਪਲੀਜ਼ ਆਪਦੇ ਸਪਾਊਸ ਦੀ ਐਗਜ਼ੈਕਟ ਇਨਫੋਰਮੇਸ਼ਨ ਲੈ ਕੇ, ਕਿਹੜਾ ਕਾਲਜ, ਕਿਹੜਾ ਕੋਰਸ, ਕਿੰਨਾ ਟਾਈਮ ਹੋ ਗਿਆ ਉੱਥੇ ਗਿਆ ਨੂੰ, ਕਿੱਥੇ ਕੰਮ ਕਰ ਰਹੇ ਨੇ, ਕੀ ਕੰਮ ਕਰ ਰਹੇ ਨੇ, ਇਹ ਸਾਰੀ ਇਨਫੋਰਮੇਸ਼ਨ ਨਾਲ ਲੈ ਕੇ ਆਇਓ ਤਾਂ ਜੋ ਤੁਹਾਡੇ ਕੇਸ ਦੀ ਅਸੈਸਮੈਂਟ ਤਰੀਕੇ ਨਾਲ ਕਰ ਸਕਾਂ। ਸੋ ਨੈਕਸਟ ਜਿਹੜੀ ਗੱਲਬਾਤ ਕਰਨ ਜਾ ਰਿਹਾ ਉਹਦਾ ਸੰਬੰਧ ਡਾਇਰੈਕਟ ਮੀਟ ਦੇ ਨਾਲ ਨਹੀਂ ਆ, ਉਹਦਾ ਸੰਬੰਧ ਨੋਰਮਲ ਜੋ ਸਾਡੇ ਮਾਰਕੀਟ ਦੇ ਵਿੱਚ ਨਵੀਆਂ ਐਡਵਰਟੀਜ਼ਮੈਂਟ, ਨਵੇਂ ਪ੍ਰੋਡਕਟ ਆਉਂਦੇ ਰਹਿੰਦੇ ਨੇ। ਮੈਂ ਪਹਿਲੀ ਗੱਲ ਇੱਕ ਨੋਟ ਆ ਵੀ ਇਸ ਗੱਲਬਾਤ ਦਾ ਸੰਬੰਧ ਕਿਸੇ ਵੀ ਫਰਮ ਦੇ ਨਾਲ ਨਹੀਂ ਆ। ਹਰੇਕ ਇਨਸਾਨ ਕੰਮ ਕਰਨ ਦੇ ਲਈ ਬੈਠਾ ਇੱਥੇ। ਮੈਂ ਵੀ ਜੇ ਇੱਥੇ ਫੇਸਬੁੱਕ ਦੇ ਮਾਧਿਅਮ ਰਾਹੀਂ ਜਾਂ ਇੰਸਟਾਗ੍ਰਾਮ ਦੇ ਮਾਧਿਅਮ ਰਾਹੀਂ ਜਾਂ ਕਿਸੇ ਵੀ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਪਹੁੰਚਦਾ ਹਾਂ ਤਾਂ ਉਹਦਾ ਕਾਰਨ ਸਿਰਫ ਇਹ ਹੁੰਦਾ ਕਿ ਉਹ ਐਡਵਰਟੀਜ਼ਮੈਂਟ ਕਰਦੇ ਹਾਂ ਅਸੀਂ ਆਪਦੇ ਪ੍ਰੋਡਕਟ ਦੀ, ਅਸੀਂ ਆਪਦੀ ਕੰਪਨੀ ਦੀ। ਤੁਸੀਂ ਉਹ ਐਡਵਰਟੀਜ਼ਮੈਂਟ ਤੋਂ ਪ੍ਰਭਾਵਿਤ ਹੁੰਦੇ ਹੋ, ਨਹੀਂ ਹੁੰਦੇ ਹੋ? ਜੇ ਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਚੱਲ ਕੇ ਆਉਂਦੇ ਹੋ, ਅਸੀਂ ਆਪਦੀਆਂ ਸਰਵਿਸਿਜ਼ ਦਿੰਦੇ ਹਾਂ, ਤੁਸੀਂ ਸਾਨੂੰ ਪੈਸੇ ਦਿੰਦੇ ਆ, ਸਾਡਾ ਰੋਜ਼ਗਾਰ ਦਾ ਸਾਧਨ ਆ। ਬਟ ਜੋ ਕੱਲ੍ਹ 2 ਮਹੀਨੇ ਤੋਂ ਬਾਅਦ ਤਕਰੀਬਨ ਮੈਂ ਆਫਿਸ ਬੈਠਣਾ ਸ਼ੁਰੂ ਕੀਤਾ, ਭਾਰੀ ਇਕੱਠ ਹਰ ਰੋਜ਼ ਹੁੰਦਾ ਆਫਿਸ ਦੇ ਵਿੱਚ, ਲੋਕਾਂ ਦੇ ਮਿਲਣ ਵਾਲਿਆਂ ਦਾ ਪਿਆਰ ਕਰਦੇ ਹੋ ਤੁਸੀਂ, ਵਿਸ਼ਵਾਸ ਕਰਦੇ ਹੋ, ਬੜੇ ਧੰਨਵਾਦੀਆਂ ਤੁਹਾਡੇ। ਸੋ ਕੱਲ੍ਹ ਇੱਕ ਕਿਸੇ ਵੀਰ ਨਾਲ ਮੇਰੀ ਮੁਲਾਕਾਤ ਹੋਈ ਤਾਂ ਉਹਦੇ ਜਿਹੜੇ ਸਵਾਲ ਸੀਗੇ ਬੜੇ ਹੀ ਕਲੀਅਰ ਅਤੇ ਬਲੰਟ ਅਤੇ ਜਿਨ੍ਹਾਂ ਨੂੰ ਸਟ੍ਰੇਟ ਫਾਰਵਰਡ ਕਹਿ ਦਈਏ, ਉਹਨੇ ਮੇਰੇ ਨਾਲ 2-4 ਗੱਲਾਂ ਕੀਤੀਆਂ ਅਤੇ ਉਹ ਗੱਲਾਂ ਕਰਨ ਤੋਂ ਬਾਅਦ ਮੇਰਾ ਮਨ ਬਣਿਆ ਕਿ ਜ਼ਰੂਰ ਮੈਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਉਹ ਸ਼ੇਅਰ ਕਰਨੀਆਂ ਬਣਦੀਆਂ ਨੇ। ਦੋਸਤੋ, ਉਹਨਾਂ ਨੇ ਮੇਰੇ ਤੋਂ ਸਪਸ਼ਟ ਰੂਪ ਦੇ ਵਿੱਚ ਇੱਕੋ ਗੱਲ ਹੀ ਪੁੱਛੀ ਕਿ ਸਰ ਆਲਮੋਸਟ ਜਿੰਨੀਆਂ ਕੰਪਨੀਜ਼ ਨੇ ਇਸ ਵਕਤ ਜੋ ਪ੍ਰਮੋਸ਼ਨ ਕਰ ਰਹੀਆਂ ਨੇ, ਸਾਰਿਆਂ ਦਾ ਪ੍ਰਮੋਸ਼ਨ ਦਾ ਇੱਕੋ ਤਰੀਕਾ ਹੈ ਕਿ ਫੀ ਆਫਟਰ ਵੀਜ਼ਾ, ਸਾਰੇ ਪੈਸੇ ਅਸੀਂ ਇਨਵੈਸਟ ਕਰਾਂਗੇ, ਤੁਸੀਂ ਜਿੱਦਣ ਵੀਜ਼ਾ ਆ ਜਾਊਗਾ ਉਦੋਂ ਸਾਨੂੰ ਸਾਡੇ ਪੈਸੇ ਦੇ ਕੇ ਜਾਓਗੇ, ਉਸ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ 1 ਰੁਪਇਆ ਵੀ ਨਹੀਂ ਲਵਾਂਗੇ। ਤੁਸੀਂ ਇਹ ਪ੍ਰੋਡਕਟ ਕਿਉਂ ਨਹੀਂ ਇੰਪਲੀਮੈਂਟ ਕਰ ਰਹੇ ਜਾਂ ਇਹਦੇ ਜ਼ਰੀਏ ਤੁਸੀਂ ਸਟੂਡੈਂਟਸ ਨੂੰ ਕਿਉਂ ਨਹੀਂ ਬਾਹਰ ਭੇਜ ਰਹੇ? ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ 100 ਜੇ ਮੈਂ ਰਫ ਆਈਡੀਆ ਲੈ ਕੇ ਚੱਲਾਂ ਕਿ ਇੱਕ ਸਮੈਸਟਰ ਦਾ, ਇੱਕ ਸੈਸ਼ਨ ਦਾ ਜੇ ਮੈਂ 100 ਸਟੂਡੈਂਟ ਕੈਨੇਡਾ ਭੇਜਦਾ, ਜੇ 100 ਸਟੂਡੈਂਟ ਦਾ ਮੈਂ ਟੋਟਲ ਖਰਚਾ ਗਿਣਾ 5.5 ਲੱਖ GIC ਲਾ ਲਓ, ਬਾਕੀ 7.5 ਲੱਖ ਤੁਸੀਂ ਫੀਸ ਲਾ ਲਓ, ਉਸ ਹਿਸਾਬ ਦੇ ਨਾਲ ਤਕਰੀਬਨ 10-12 ਕਰੋੜ ਰੁਪਇਆ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਕੋਲੇ ਇਨ ਕੈਸ਼ ਤੁਹਾਡੇ ਕੋਲ ਇੱਕ ਲਿਕੁਇਡ ਐਸੈਟਸ ਦੇ ਰੂਪ ਦੇ ਵਿੱਚ ਹੋਣਾ ਚਾਹੀਦਾ ਤਾਂ ਜੋ ਤੁਸੀਂ ਉਹਨਾਂ ਦੀਆਂ ਫੀ ਤੇ GIC ਪਹਿਲਾਂ ਆਪਦੇ ਕੋਲੋਂ ਭਰ ਸਕੋ। ਅਤੇ ਮੇਰੇ ਕੋਲੇ ਜਾਂ ਕਿਸੇ ਵੀ ਨਵੇਂ, ਜਿਹੜੇ ਅਸੀਂ ਹਜੇ ਨਵੇਂ ਆ ਫੀਲਡ ਦੇ ਵਿੱਚ, ਉਹਨਾਂ ਕੋਲੇ ਇੰਨਾ ਪੈਸਾ ਨਹੀਂ ਆ ਸਪੇਅਰ ਕਰਨ ਨੂੰ, ਅਸੀਂ ਨਹੀਂ ਇਹ ਸਰਵਿਸਿਜ਼ ਦੇ ਸਕਦੇ। ਅਸੀਂ ਤਾਂ ਹਰ ਸਰਵਿਸਿਜ਼ ਦੇ ਚਾਰਜਿਸ ਲੈਂਦੇ ਹਾਂ। ਚਾਹੇ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਨ ਆਉਂਦੇ ਹੋ, ਉਹਦੀ ਵੀ ਅਸੀਂ ਪ੍ਰੋਸੈਸਿੰਗ ਫੀਸ ਚਾਰਜ ਕਰਦੇ ਹਾਂ। GIC ਤੁਹਾਡੇ ਤੋਂ ਥਰੂ ਭਜਵਾਉਂਦੇ ਹਾਂ, ਫੀਸ ਤੁਸੀਂ ਆਪ ਪੇ ਕਰਦੇ ਹਾਂ। ਅਸੀਂ ਤਾਂ ਸਿਰਫ ਤੁਹਾਨੂੰ ਕਾਲਜ ਦੀ ਸਿਲੈਕਸ਼ਨ, ਕੋਰਸ ਦੀ ਸਿਲੈਕਸ਼ਨ ਲਈ ਗਾਈਡਲਾਈਨਸ ਦਿੰਦੇ ਹਾਂ। ਜਾਂ ਤੁਸੀਂ ਜੇ ਓਪਨ ਵਰਕ ਪਰਮਿਟ ਅਪਲਾਈ ਕਰਨ ਆਉਂਦੇ ਹੋ, ਉਹਦੀ ਵੀ ਅਸੀਂ ਇੱਕ ਅਮਾਊਂਟ ਤੁਹਾਡੇ ਰਜਿਸਟ੍ਰੇਸ਼ਨ ਫੀ, ਜਿਹਨੂੰ ਅਸੀਂ ਕਹਿੰਦੇ ਹਾਂ ਤੁਹਾਡਾ ਕੇਸ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਚਾਰਜ ਕਰਦੇ ਹਾਂ। ਸਾਡਾ ਇਹ ਇੱਕ ਫਾਰਮੈਟ ਆ ਕੰਪਨੀ ਦਾ ਕੰਮ ਕਰਨ ਦਾ। ਚਲੋ, ਉਹਨੇ ਮੇਰੇ ਤੋਂ ਇਹ ਚੀਜ਼ ਪੁੱਛੀ। ਦੂਸਰੀ ਕਿ ਜੇ ਤੁਸੀਂ ਨਹੀਂ ਕਰਦੇ ਤਾਂ ਫਾਇਦਾ ਨੁਕਸਾਨ, ਜਾਂ ਜਿਹੜੇ ਲੋਕ ਉਹ ਕਰਦੇ ਨੇ ਉਹਨਾਂ ਕੋਲੋਂ ਕੇਸ ਲਵਾਉਣ ਦਾ ਸਾਨੂੰ ਕੀ ਫਾਇਦਾ? ਮੈਂ ਉਸ ਪਰਟੀਕੂਲਰ, ਹਾਲਾਂਕਿ ਮੈਂ ਉਹ ਕੰਮ ਸਾਰੀ ਜ਼ਿੰਦਗੀ ਨਹੀਂ ਕਰਨਾ, ਨਾ ਹੀ ਮੈਂ ਕਰ ਸਕਦਾ। ਮੇਰੇ ਕੋਲੇ 10 ਕਰੋੜ ਛੱਡ ਕੇ 100 ਕਰੋੜ ਦਾ ਲਿਕੁਇਡ ਐਸੈਟਸ ਵੀ ਇਕੱਠੇ ਹੋ ਜਾਣ, ਮੈਂ ਉਹ ਜ਼ਰੀਆ ਜਾਂ ਉਹ ਫਾਰਮੈਟ ਨਹੀਂ ਅਪਣਾਊਂਗਾ। ਮੈਂ ਇਸੇ ਤਰੀਕੇ ਨਾਲ ਹੀ ਕੰਮ ਕਰੂੰਗਾ। ਪਰ ਮੈਨੂੰ ਜਦੋਂ ਉਹਨੇ ਪੁੱਛਿਆ ਕਿ ਕੀ ਮੈਨੂੰ ਲਾਭ ਹੋ ਸਕਦੇ ਨੇ ਜੇ ਅਸੀਂ ਉਹਨਾਂ ਤੋਂ ਕੇਸ ਅਪਲਾਈ ਕਰਦੇ ਹਾਂ, ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਲਾਈਵ ਸੈਸ਼ਨ ਦੇ ਮਾਧਿਅਮ ਰਾਹੀਂ ਕਿ ਦੇਖੋ, ਮੇਰੇ ਕੋਲੇ ਆਉਂਗੇ,
ਮੈਂ ਤੁਹਾਡੇ ਤੋਂ ਪ੍ਰੋਸੈਸਿੰਗ ਫੀਸ ਚਾਰਜ ਕਰੂੰਗਾ, ਨਾਨ ਰਿਫੰਡੇਬਲ ਹੋਊਗੀ। ਕੇਸ ਵੀਜ਼ਾ ਲੱਗਦਾ ਨਹੀਂ ਲੱਗਦਾ, ਠੀਕ ਹੈ ਜੀ। ਤੁਸੀਂ ਅੰਬੈਸੀ ਫੀ ਪੇ ਕਰੋਗੇ, ਨਾਨ ਰਿਫੰਡੇਬਲ ਆ। ਵੀਜ਼ਾ ਲੱਗਦਾ ਨਹੀਂ ਲੱਗਦਾ, ਉਹ ਅੰਬੈਸੀ ਫੀ ਨੇ ਤੁਹਾਨੂੰ ਉਹ ਫੀ ਵਾਪਸ ਨਹੀਂ ਭੇਜਣੀ। ਤੁਸੀਂ ਜੋ ਫੀ ਪੇ ਕੀਤੀ ਆ ਅਤੇ ਤੁਸੀਂ ਜੋ GIC ਪੇ ਕੀਤਾ ਆਪਦੇ ਕੋਲੋਂ, ਉਹਦਾ ਇੱਕ ਪਰਟੀਕੂਲਰ RBI ਦਾ ਖਰੀਦ ਮੁੱਲ ਅਤੇ ਵੇਚ ਮੁੱਲ ਹੁੰਦਾ ਡਾਲਰ ਦਾ, ਜੋ ਹਮੇਸ਼ਾ ਹੀ ਵੱਖਰਾ ਵੱਖਰਾ ਹੁੰਦਾ। ਜੇ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ, ਜਿਹੜੀ ਤੁਹਾਡੀ ਫੀ ਭੇਜੀ ਹੋਊਗੀ, ਜਿਹੜੀ ਤੁਸੀਂ GIC ਭੇਜਿਆ ਹੋਊਗਾ, ਉਹ ਹੋਰ ਮੁੱਲ 'ਤੇ ਭੇਜਿਆ ਹੋਊਗਾ, ਵਾਪਸ ਹੋਰ ਮੁੱਲ 'ਤੇ ਆਊਗਾ, ਉਹਦੇ ਵਿੱਚ ਵੀ ਤੁਹਾਡੇ ਪੈਸੇ ਦਾ ਨੁਕਸਾਨ ਹੋ ਸਕਦਾ। ਮਤਲਬ ਕਹਿਣ ਦਾ, ਜੇ ਮੇਰੇ ਕੋਲੇ ਆ ਕੇ ਤੁਸੀਂ ਕੇਸ ਲਵਾਉਂਦੇ ਹੋ, ਜੇ ਤੁਹਾਡਾ ਕੇਸ ਰਿਫਿਊਜ਼ ਹੁੰਦਾ ਤਾਂ ਤਕਰੀਬਨ ਮਿਨੀਮਮ ਜੇ ਮੈਂ ਲਾ ਕੇ ਚੱਲਾਂ 80,000 70-80,000 ਤੋਂ ਲੈ ਕੇ ਲੱਖ ਰੁਪਏ ਤੱਕ ਦਾ ਨੁਕਸਾਨ ਹੋਊਗਾ, ਜਿਹੜਾ ਉਹ ਕੰਪਨੀਜ਼ ਤੁਹਾਡੇ ਬਚਾ ਸਕਦੀਆਂ ਨੇ ਜੇ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ। ਕਿ ਜੇ ਤੁਸੀਂ ਫੀ ਆਫਟਰ ਵੀਜ਼ਾ, ਅੰਬੈਸੀ ਫੀ ਵੀ ਤੁਹਾਡਾ ਇਮੀਗ੍ਰੇਸ਼ਨ ਕੰਸਲਟੈਂਟ ਭਰ ਰਿਹਾ, ਏਜੰਟ ਭਰ ਰਿਹਾ, ਜਾਂ ਉਹ ਕੰਪਨੀ ਭਰ ਰਹੀ ਆ, ਪ੍ਰੋਸੈਸਿੰਗ ਫੀਸ ਉਹ ਚਾਰਜ ਨਹੀਂ ਕਰ ਰਹੇ, ਫੀ ਤੁਹਾਡੀ ਉਹ ਭਰ ਰਹੇ ਨੇ, GIC ਤੁਹਾਡਾ ਉਹ ਭਰ ਰਹੇ ਨੇ। ਅਤੇ ਫਿਰ ਮੈਨੂੰ ਉਹ ਕਹਿੰਦਾ ਕਿ ਕਿਹੜੀਆਂ ਹੋਰ ਗੱਲਾਂ ਦਾ ਅਸੀਂ ਧਿਆਨ ਰੱਖੀਏ, ਜੇ ਸਾਨੂੰ ਇੰਨਾ ਫਾਇਦਾ ਹੁੰਦਾ ਤਾਂ ਅਸੀਂ ਜੇ ਉੱਥੇ ਜਾਂਦੇ ਹਾਂ ਤਾਂ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ। ਮੈਂ ਉਹਨੂੰ ਸਿਰਫ ਇੱਕੋ ਪੁਆਇੰਟ ਹੀ ਧਿਆਨ ਰੱਖਣ ਲਈ ਕਿਹਾ, ਅਤੇ ਤੁਸੀਂ ਵੀ ਸਾਰੇ ਮੇਰੇ ਸਰੋਤੇ, ਮੇਰੇ ਵੀਰ ਭੈਣਾਂ, ਬੱਚੇ, ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਜਦੋਂ ਤੁਸੀਂ ਇਹੋ ਜਿਹੀ ਜਗ੍ਹਾ ਤੋਂ ਜਾ ਕੇ ਕੇਸ ਅਪਲਾਈ ਕਰਨਾ, ਕਿ ਕਾਲਜ ਅਤੇ ਕੋਰਸ, ਇਹ ਦੋ ਚੀਜ਼ਾਂ ਦੀ ਚੋਣ ਆ ਜਿਹੜੀ, ਇਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ। ਕਿਉਂ? ਉਹ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਕਿ ਵੀਜ਼ਾ ਲੱਗ ਜਾਣਾ ਜਾਂ ਵੀਜ਼ਾ ਰਿਫਿਊਜ਼ ਹੋ ਜਾਣਾ, ਇਹ ਇੱਕ ਅਲੱਗ ਗੱਲ ਆ। ਵੀਜ਼ਾ ਲਵਾਉਣ ਲਈ ਜਾਂ ਵੀਜ਼ਾ ਪ੍ਰਾਪਤ ਕਰਕੇ ਕੈਨੇਡਾ ਪਹੁੰਚ ਕੇ ਸੈਟਲਮੈਂਟ ਇੱਕ ਅਲੱਗ ਚੀਜ਼ ਆ। ਅਤੇ ਸਾਡਾ ਜਿਹੜਾ ਫਸਟ ਐਂਡ ਫੋਰਮੋਸਟ ਸਟੈਪ ਹੋਣਾ ਚਾਹੀਦਾ ਜਦੋਂ ਅਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਪੜ੍ਹਨਾ ਆ, ਤਾਂ ਉਹ ਸਾਡਾ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ, ਧਿਆਨ ਰੱਖ ਕੇ ਹੋਣਾ ਚਾਹੀਦਾ ਜਾਂ ਚੱਕਣਾ ਚਾਹੀਦਾ ਕਿ ਅਸੀਂ ਉੱਥੇ ਜਾ ਕੇ ਸੈਟਲਡ ਕਿਵੇਂ ਹੋਣਾ। ਕਿਉਂਕਿ ਵੀਜ਼ਾ ਲੱਗਣ 'ਤੇ ਗੱਲ ਸ਼ੁਰੂ ਹੋਣੀ ਆ ਮਿੱਤਰੋ, ਖ਼ਤਮ ਨਹੀਂ ਹੋਣੀ। ਇੱਕ ਚੀਜ਼ ਨੂੰ ਹਮੇਸ਼ਾ ਮੈਂ ਕਹਿੰਦਾ ਹੁੰਦਾ, ਪੰਜਾਬੀ ਦੇ ਵਿੱਚ ਕਹਿੰਦਾ ਹੁੰਦਾ ਕਿ ਗੱਲ ਸ਼ੁਰੂ ਹੋਣੀ ਆ, ਗੱਲ ਖ਼ਤਮ ਨਹੀਂ ਹੋਣੀ। ਅਤੇ ਉਹਨਾਂ ਨੂੰ ਪੁੱਛ ਲਓ, ਉਹਨਾਂ ਬੱਚਿਆਂ ਨੂੰ ਫ਼ੋਨ ਕਰਕੇ, ਉਹਨਾਂ ਬੱਚਿਆਂ ਨੂੰ ਫ਼ੋਨ ਲਾ ਕੇ, ਜਿਹੜੇ ਬੱਚਿਆਂ ਦੇ ਕਾਲਜ ਅਤੇ ਕੋਰਸਿਸ ਦੀ ਚੋਣ ਗਲਤ ਹੋ ਗਈ ਅਤੇ ਉਹਨਾਂ ਦਾ ਉੱਥੇ ਉਸ ਤੋਂ ਬਾਅਦ ਕਿਹੋ ਜਿਹੀਆਂ ਅਨਪ੍ਰੋਡਕਟਿਵ ਟੈਨਸ਼ਨਸ ਅਤੇ ਅਨਪ੍ਰੋਡਕਟਿਵ ਸਰਕਮਸਟੈਂਸਿਸ, ਅਨਪ੍ਰੋਡਕਟਿਵ ਜਿਹੜੀਆਂ, ਜਿਹਨੂੰ ਆਪਾਂ ਕਹਿ ਦਈਏ ਵੀ ਮਿਹਨਤ ਦੇ ਥਰੂ ਲੰਘਣਾ ਪਿਆ ਉਹਨਾਂ ਨੂੰ। ਕਿਉਂਕਿ ਇੱਥੋਂ ਕੋਰਸ ਅਤੇ ਕਾਲਜ ਦੀ ਚੋਣ ਸਹੀ ਤਰੀਕੇ ਨਾਲ ਨਹੀਂ ਕੀਤੀ। ਜਿਵੇਂ ਮੈਂ ਦੱਸਿਆ ਸੀ ਕਿ ਜੇ ਮੇਰੇ ਕੋਲੋਂ ਕੇਸ ਰਿਫਿਊਜ਼ ਹੋ ਜਾਂਦਾ ਤਾਂ ਤੁਹਾਡਾ ਤਕਰੀਬਨ 60-70 ਹਜ਼ਾਰ ਰੁਪਈਏ ਦਾ ਨੁਕਸਾਨ ਹੋਊਗਾ, 100% ਹੋਊਗਾ। ਮੈਂ ਨਹੀਂ ਬਚਾ ਸਕਦਾ ਉਹ, ਜਿਹੜਾ ਕਿ ਉਸ ਕੰਪਨੀ ਥਰੂ ਅਪਲਾਈ ਕਰਨ 'ਤੇ ਨਹੀਂ ਹੋਊਗਾ ਤੁਹਾਡਾ। ਪਰ ਜੇ ਕੋਰਸ ਅਤੇ ਕਾਲਜ ਦੀ ਚੋਣ ਗਲਤ ਹੋ ਗਈ ਅਤੇ ਤੁਸੀਂ ਕੈਨੇਡਾ ਪਹੁੰਚ ਗਏ, ਅਤੇ ਜਿੰਨੇ ਪੈਸੇ ਇੱਥੇ ਦੇ ਕੇ ਗਏ ਹੋ ਨਾ, 10-12 ਲੱਖ 15 ਲੱਖ ਜਿਹੜਾ ਵੀ ਦੇ ਕੇ ਗਏ, ਉਹ ਸਾਰੇ ਦਾ ਸਾਰਾ ਲੋਸ ਆ। ਕਿਉਂਕਿ ਸਾਨੂੰ ਸਮਝਣਾ ਪਊਗਾ ਅਸੀਂ ਕੈਨੇਡਾ ਕਰਨ ਕੀ ਚੱਲੇ ਹਾਂ। ਅਸੀਂ ਕੈਨੇਡਾ ਚੱਲੇ ਹਾਂ ਸੈਟਲ ਹੋਣ। ਸਾਡਾ ਕੈਨੇਡਾ ਮਕਸਦ ਆ ਜਾਣ ਦਾ, ਪੜ੍ਹ ਕੇ ਸੈਟਲ ਹੋਣਾ, ਚੰਗੀ ਜ਼ਿੰਦਗੀ ਨਿਰਵਾਹ ਕਰਨਾ। ਅਤੇ ਸੈਟਲਮੈਂਟ ਦਾ ਪਲਾਨ ਕੀ ਆ? ਪਹਿਲਾਂ ਗੌਰਮੈਂਟ ਫੰਡਡ ਕਾਲਜ ਦੇ ਵਿੱਚ ਪੜ੍ਹਨਾ, ਪੜ੍ਹ ਕੇ ਵਰਕ ਪਰਮਿਟ ਲੈਣਾ, ਵਰਕ ਪਰਮਿਟ ਲੈ ਕੇ ਉਸ ਤੋਂ ਬਾਅਦ ਆਪਦੀ ਪਰਮਾਨੈਂਟ ਰੈਜ਼ੀਡੈਂਸੀ ਨੂੰ ਪਾਉਣਾ, ਚਾਹੇ ਉਹ ਤੁਸੀਂ PNP ਪਾਉਂਦੇ ਹੋ, ਚਾਹੇ ਤੁਸੀਂ ਐਕਸਪ੍ਰੈਸ ਐਂਟਰੀ ਰਾਹੀਂ ਪਾਉਂਦੇ ਹੋ। ਪਰ ਐਕਸਪ੍ਰੈਸ ਐਂਟਰੀ ਜਾਂ PNP ਤੱਕ ਪਹੁੰਚਣ ਦੇ ਵਿੱਚ ਇੱਕ ਜਿਹੜੀ ਪਰਟੀਕੂਲਰ ਟਾਈਮਿੰਗ ਆ, ਜਾਂ ਜਿਹੜੇ ਪਰਟੀਕੂਲਰ ਇੱਕ ਸਟੈਪ ਰੱਖਿਆ ਗੌਰਮੈਂਟ ਨੇ, ਉਹ ਆ ਪੋਸਟ ਸਟੱਡੀਜ਼ ਵਰਕ ਪਰਮਿਟ। ਮਤਲਬ ਕਿ ਲੀਗਲ ਅਨੁਮਤੀ ਤੁਹਾਨੂੰ ਕੰਮ ਕਰਨ ਦੀ, ਅਤੇ ਉਹ ਸਿਰਫ ਅਤੇ ਸਿਰਫ ਗੌਰਮੈਂਟ ਫੰਡਡ ਕਾਲਜਿਸ ਵਿੱਚ ਹੀ ਪੜ੍ਹਨ 'ਤੇ ਮਿਲਦੀ ਆ, ਜਾਂ ਯੂਨੀਵਰਸਿਟੀਜ਼ ਵਿੱਚ ਪੜ੍ਹਨ 'ਤੇ ਮਿਲਦੀ ਆ। ਜੇ ਤੁਹਾਨੂੰ ਤੁਹਾਡਾ ਇਮੀਗ੍ਰੇਸ਼ਨ ਕੰਸਲਟੈਂਟ ਫੀਸਾਂ ਆਪਦੇ ਕੋਲੋਂ ਭਰ ਕੇ, ਅੰਬੈਸੀ ਫੀਸਾਂ ਆਪਦੇ ਕੋਲੋਂ ਭਰ ਕੇ, GIC ਆਪਦੇ ਕੋਲੋਂ ਭਰ ਕੇ ਗੌਰਮੈਂਟ ਫੰਡਡ ਕਾਲਜ ਵਿੱਚ ਭੇਜ ਰਿਹਾ ਵਾ, ਤਾਂ ਮੈਂ ਉਹਨੂੰ ਸਲਾਮ ਕਹਿੰਦਾ, ਸਲੂਟ ਕਰਦਾ। ਮੇਰੇ ਕੋਲੇ ਨਾ ਆਇਓ, ਉਹਦੇ ਕੋਲੇ ਜਾ ਕੇ ਕੇਸ ਲਵਾਓ। ਮੈਂ ਖੁਦ ਫੇਸਬੁੱਕ ਦੇ ਮਾਧਿਅਮ ਰਾਹੀਂ ਜਿੱਥੇ ਮੈਨੂੰ 7 ਲੱਖ ਬੰਦਾ ਫੋਲੋ ਕਰਦਾ ਆ, ਤਕਰੀਬਨ ਲੱਖ 1.5 ਲੱਖ ਬੰਦਾ ਇਹ ਵੀਡੀਓ ਨੂੰ ਦੇਖੂਗਾ। ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਉਸ ਤੋਂ ਵੱਡਾ ਹਮਦਰਦ ਤੁਹਾਡਾ ਹੋਰ ਕੋਈ ਨਹੀਂ ਹੋ ਸਕਦਾ ਗਾ। ਪੈਸੇ ਸਾਰਿਆਂ ਨੇ ਕਮਾਉਣੇ, ਉਹਨੇ ਵੀ ਕਮਾਉਣੇ ਆ, ਮੈਂ ਵੀ ਕਮਾਉਣੇ ਆ, ਪਰ ਮੇਰੇ ਨਾਲੋਂ ਵੱਡਾ ਹਮਦਰਦ ਆ ਉਹ ਤੁਹਾਡਾ। ਕਿਉਂਕਿ ਉਹ ਆਪਦੇ ਪੈਸੇ 'ਤੇ ਰਿਸਕ ਖੇਡ ਲਿਆ ਤੁਹਾਡੇ ਰਾਹੀਂ। ਪਰ ਜੇ ਉਹ ਤੁਹਾਡਾ ਕਾਲਜ ਅਤੇ ਕੋਰਸ ਉਹ ਚੂਜ਼ ਕਰ ਰਿਹਾ ਜਿਹੜਾ ਉਹ ਚਾਹੁੰਦਾ,
ਤੇ ਤੁਹਾਡੀ ਵੀਜ਼ੇ ਦੀ ਕੀਮਤ ਹੀ ਸਿਰਫ 12-15 ਲੱਖ ਆ, ਤਾਂ ਫਿਰ ਤੁਸੀਂ 12-15 ਲੱਖ ਰੁਪਈਆ ਘਾਟੇ 'ਚ ਚੱਲ ਰਹੇ ਹੋ। ਇਸ ਚੀਜ਼ ਨੂੰ ਸਮਝ ਕੇ ਚੱਲਿਓ। ਕੱਲਾ 12-15 ਲੱਖ ਰੁਪਈਆ ਨੁਕਸਾਨ ਨਹੀਂ ਹੈ। ਉੱਥੇ ਪਹੁੰਚ ਕੇ ਜਦੋਂ ਤੁਹਾਨੂੰ ਸਮਝ ਆਉਣੀ ਹੈ ਕਿ ਹੁਣ ਕਾਲਜ ਲੱਭੀਏ, ਉਹ ਕਾਲਜ ਲੱਭੀਏ ਜਿੱਥੇ ਜਾ ਕੇ ਮੈਂ ਪੜ੍ਹ ਕੇ ਪੋਸਟ ਸਟੱਡੀਜ਼ ਵਰਕ ਪਰਮਿਟ ਲਈ ਐਲੀਜੀਬਲ ਕੈਂਡੀਡੇਟ ਬਣਾ, ਤਾਂ ਜੋ ਮੈਂ ਕੰਮ ਕਰਨ ਤੋਂ ਬਾਅਦ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਪਾ ਸਕਾਂ। ਫਿਰ ਦੌਰ ਦੁਬਾਰੇ ਉਹ ਸ਼ੁਰੂ ਹੋਣਾ ਜਿਹੜਾ ਇੱਥੋਂ ਸ਼ੁਰੂ ਕਰਕੇ ਗਏ ਸੀ। ਬਸ ਇੱਕੋ ਚੀਜ਼ ਤੁਹਾਡੇ ਕੋਲੇ ਹੋਊਗੀ, 12-15 ਲੱਖ ਰੁਪਈਆ ਖਰਚ ਕੇ, ਉਹ ਹੋਊਗਾ ਵੀਜ਼ਾ। ਸੋ ਜੇ ਤੁਹਾਡੇ ਨੂੰ ਲੱਗਦਾ ਹੈ ਕਿ ਤੁਹਾਡੇ ਵੀਜ਼ਾ ਦੇ ਚਾਂਸਿਸ, ਤੁਹਾਨੂੰ ਉਹਦੇ ਪ੍ਰੋਫਾਈਲ ਤੋਂ ਇਹ ਲੱਗਦਾ ਹੈ ਕਿ ਤੁਹਾਡੇ ਵੀਜ਼ਾ ਦੇ ਚਾਂਸਿਸ ਰਿਜੈਕਸ਼ਨ ਨਾਲੋਂ ਘੱਟ ਨੇ, ਤਾਂ ਡੈਫੀਨੇਟਲੀ ਉਹੋ ਜਿਹੇ ਰਾਹ ਚੂਜ਼ ਕਰੋ। ਜੇ ਤੁਹਾਨੂੰ ਆਪਦੇ ਪ੍ਰੋਫਾਈਲ ਦੇ ਉੱਤੇ ਭਰੋਸਾ, ਆਪਦੀ ਮਿਹਨਤ ਦੇ ਉੱਤੇ ਭਰੋਸਾ, ਤਾਂ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਿਓ ਕਿ ਗੌਰਮੈਂਟ ਫੰਡਡ ਕਾਲਜਿਸ ਚੱਕਣੇ ਨੇ, ਪ੍ਰਾਈਵੇਟ ਕਾਲਜਿਸ ਨੂੰ ਨੋ ਕਹਿਣਾ ਆ। ਚਾਹੇ ਤੁਹਾਨੂੰ ਆਇਲਸ ਦਾ ਟੈਸਟ ਦੁਬਾਰੇ ਦੇਣਾ ਪਵੇ, ਤੁਸੀਂ ਚੰਗੀ ਕੋਰਸ ਤੇ ਚੰਗੀ ਯੂਨੀਵਰਸਿਟੀ ਇੱਥੋਂ ਲੈ ਕੇ ਜਾਣੀ ਹੈ, ਤਾਂ ਜੋ ਤੁਹਾਡਾ ਉੱਥੇ ਜਾ ਕੇ ਦੁਬਾਰੇ ਨੁਕਸਾਨ ਨਾ ਹੋਵੇ। ਇਹ ਨਾ ਹੋਵੇ ਕਿ ਉੱਥੇ ਪਹੁੰਚੋ ਮਗਰੋਂ ਤੇ ਪਹਿਲਾਂ ਆਪਦੇ ਫਾਦਰ ਸਾਹਿਬ ਨੂੰ, ਮਾਤਾ ਪਿਤਾ ਨੂੰ ਕਾਲ ਕਰਕੇ ਕਹੂੰ ਕਿ ਦੁਬਾਰਾ ਫਿਰ $15,000 ਭੇਜੋ, ਤਾਂ ਜੋ ਮੈਂ ਹੁਣ ਨਵੇਂ ਕਾਲਜ 'ਚ ਐਡਮਿਸ਼ਨ ਲੈ ਕੇ ਦੁਬਾਰੇ ਆਪਦੀ ਪੜ੍ਹਾਈ ਸ਼ੁਰੂ ਕਰ ਸਕਾਂ, ਤਾਂ ਜੋ ਮੇਰਾ ਅਗਲਾ ਪ੍ਰੋਸੈਸ ਆ, ਆਉਣ ਵਾਲਾ ਪ੍ਰੋਸੈਸ ਆ, ਉਹ ਸੁਖਾਵਾਂ ਚੱਲਦਾ ਰਹੇ, ਨੋਰਮਲ ਰੂਟੀਨ ਦੇ ਵਿੱਚ ਚੱਲਦਾ ਰਹੇ। ਪਰ ਇਹ ਗੱਲਾਂ ਸਮਝ ਆਉਣੀਆਂ ਨਹੀਂ ਆਉਣੀਆਂ ਤੁਹਾਡੇ ਹੱਥ ਆ। ਸੋ ਥੋੜ੍ਹਾ ਕਿਹਾ ਬਹੁਤਾ ਸਮਝਿਓ, ਤੁਸੀਂ ਆਪ ਸਿਆਣੇ ਹੋ, ਕਿਉਂਕਿ ਫੈਸਲਾ ਤੁਹਾਡਾ, ਪੈਸਾ ਤੁਹਾਡਾ, ਫਿਊਚਰ ਤੁਹਾਡਾ ਆ। ਇਸ ਲਈ ਮੈਂ ਹਰ ਪੱਖ ਤੋਂ ਕਿਸੇ ਵੀ ਚੀਜ਼ ਦਾ ਉਹਲਾ ਨਹੀਂ ਰੱਖਿਆ ਕਿ ਮੇਰੇ ਤੋਂ ਜੇ ਤੁਸੀਂ ਕੇਸ ਅਪਲਾਈ ਕਰਦੇ ਹੋ ਜਾਂ ਕਿਸੇ ਹੋਰ ਫਰਮ ਤੋਂ ਜਾ ਕੇ ਕੇਸ ਅਪਲਾਈ ਕਰਦੇ ਹੋ, ਸਾਰੇ ਪੈਸਾ ਕਮਾਉਣ ਦੇ ਲਈ ਬੈਠੇ, ਅਸੀਂ ਵੀ ਪੈਸਾ ਕਮਾਉਣ ਦੇ ਲਈ ਬੈਠੇ ਹਾਂ। ਤੁਸੀਂ ਸਾਡੇ ਕੋਲੋਂ ਕੇਸ ਅਪਲਾਈ ਕਰਦੇ ਹੋ, ਸਾਡਾ ਰੋਜੀ ਰੋਟੀ ਦਾ ਹੀ ਸਾਧਨ ਆ। ਜਿਹਦਾ ਵੀਜ਼ਾ ਲੱਗ ਜਾਂਦਾ ਉਹਦੇ ਲਈ ਅਸੀਂ ਸ਼ਾਇਦ ਚੰਗੇ ਹੋ ਜਾਂਦੇ ਹਾਂ, ਜਿਨ੍ਹਾਂ ਦਾ ਰਿਫਿਊਜ਼ ਹੋ ਜਾਂਦਾ ਉਹਦੇ ਲਈ ਅਸੀਂ ਮਾੜੇ ਹੋ ਜਾਂਦੇ ਹਾਂ। ਮਾੜੇ ਕਮੈਂਟਸ ਵੀ ਆਉਂਦੇ ਨੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਇਹ ਚੀਜ਼ ਤੁਹਾਨੂੰ ਸਮਝਣੀ ਪਊਗੀ ਕਿ ਇਹ ਮਾਧਿਅਮ, ਐਡਵਰਟੀਜ਼ਮੈਂਟ ਦਾ ਮਾਧਿਅਮ ਆ। ਇੱਥੇ ਬੈਠ ਕੇ ਅਸੀਂ ਬੋਲਦੇ ਰਹਿਣਾ, ਕਿਉਂਕਿ ਸਾਡਾ ਨੈਗੇਟਿਵ ਕਮੈਂਟਸ ਨਾਲ ਤਾਂ ਸਾਡਾ ਕੋਈ ਸੰਬੰਧ ਹੀ ਨਹੀਂ ਹੈਗਾ। ਪੋਜ਼ੀਟਿਵ ਸੁਣਨ ਵਾਲੇ ਅਤੇ ਪੋਜ਼ੀਟਿਵ ਸੋਚ ਰੱਖ ਕੇ ਸਾਡੇ ਕੋਲ ਆਉਣ ਵਾਲੇ, ਉਹਨਾਂ ਜੇ 100 ਬੰਦਾ ਸੁਣਦਾ ਉਹਦੇ ਵਿੱਚੋਂ 10-15 ਬੰਦੇ ਜਿਹੜੇ ਪੋਜ਼ੀਟਿਵਲੀ ਸੁਣ ਲੈਂਦੇ, ਉਹਨਾਂ ਨਾਲ ਹੀ ਸਾਡਾ ਸੰਬੰਧ ਆ ਅਤੇ ਉਹ ਹਮੇਸ਼ਾ ਬਣਿਆ ਰਹੂਗਾ। ਦੋਸਤੋ, ਇੰਨਾ ਕਹਿੰਦਾ ਹੋਇਆ ਖਿਮਦਾ ਜਾਚਕਾਂ ਜੀ। ਸੋ ਪਰਸੋਂ ਨੂੰ, ਦਿਨ ਸ਼ੁੱਕਰਵਾਰ ਨੂੰ, ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਮੋਹਾਲੀ ਆਫਿਸ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਂਗਾ। ਧੰਨਵਾਦ।